Hello dear students, welcome to my channel Education Simplified by OCDC। ਸੋ ਕੀ ਤੁਸੀਂ ਮੈਡੀਕਲ ਅਤੇ ਪੈਰਾਮੈਡੀਕਲ ਸਾਇੰਸ ਦੇ ਕਿਸੇ ਵੀ ਟੌਪਿਕ ਨੂੰ ਪਿਓਰ ਪੰਜਾਬੀ ਆਪਣੀ ਮਾਤ ਭਾਸ਼ਾ ਦੇ ਵਿੱਚ ਸਮਝਣਾ ਚਾਹੁੰਦੇ ਹੋ? ਅਗਰ ਤੁਹਾਡਾ ਆਨਸਰ ਹਾਂ ਵਿੱਚ ਹੈ ਤਾਂ ਤੁਹਾਨੂੰ ਐਜੂਕੇਸ਼ਨ ਸਿੰਪਲੀਫਾਈਡ ਚੈਨਲ ਜ਼ਰੂਰ ਸਬਸਕ੍ਰਾਈਬ ਕਰਨਾ ਚਾਹੀਦਾ ਹੈ। ਸੋ ਸ਼ੁਰੂ ਕਰਦੇ ਹਾਂ ਇਸ ਵੀਡੀਓ ਦਾ ਟੌਪਿਕ ECG ਅਤੇ EMG। ਤਾਂ ECG ਬਾਰੇ ਤੁਸੀਂ ਬਹੁਤ ਸੁਣਿਆ ਹੋਵੇਗਾ, EMG ਬਾਰੇ ਸ਼ਾਇਦ ਨਾ ਸੁਣਿਆ ਹੋਵੇ। ਤਾਂ ECG ਹੁੰਦੀ ਹੈ ਇਲੈਕਟ੍ਰੋਕਾਰਡੀਓਗ੍ਰਾਫੀ, ਦਿਲ ਦੀ ਸਥਿਤੀ ਨੂੰ ਜਾਣਨ ਵਾਸਤੇ ਇੱਕ ਟੈਸਟ ਹੁੰਦਾ ਹੈ। ਇਸੇ ਤਰ੍ਹਾਂ ਜਿਹੜਾ EMG ਹੈ ਉਹ ਹੁੰਦਾ ਇਲੈਕਟ੍ਰੋਮਾਇਓਗ੍ਰਾਫੀ, ਉਹ ਆਪਣੀ ਮਾਸਪੇਸ਼ੀਆਂ ਦੀ ਸਥਿਤੀ ਨੂੰ ਜਾਣਨ ਵਾਸਤੇ ਇੱਕ ਟੈਸਟ ਹੁੰਦਾ ਹੈ। ਸੋ ਇਹਨਾਂ ਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਪੜ੍ਹਨ ਜਾ ਰਹੇ ਹਾਂ ਇਸ ਵੀਡੀਓ ਦੇ ਵਿੱਚ। ਸੋ ਵਾਟ ਇਜ਼ ECG? ECG ਕੀ ਹੈ? ਇਟ ਇਜ਼ ਦਾ ਰਿਕਾਰਡ ਆਫ ਸਰਫੇਸ ਪੋਟੈਂਸ਼ੀਅਲਸ ਦੈਟ ਰਿਪਰੈਜ਼ੈਂਟ ਦਾ ਐਕਸ਼ਨ ਪੋਟੈਂਸ਼ੀਅਲ ਆਫ ਐਕਟਿਵ ਹਾਰਟ ਮਸਲਸ। ਮਸਲਸ ਜਿਹੜੀਆਂ ਹੁੰਦੀਆਂ ਨੂੰ ਆਪਾਂ ਮਾਇਓਸਾਈਟਸ ਕਹਿੰਦੇ ਹਾਂ, ਮਸਲ ਦੇ ਇੱਕ ਇੰਡੀਵਿਜੂਅਲ ਸੈੱਲ ਨੂੰ। ਤਾਂ ਹਰ ਮਸਲ ਦੀ ਜਿਹੜੀ ਐਕਟੀਵਿਟੀ ਹੁੰਦੀ ਹੈ ਉਹ ਬਿਜਲਈ ਗਤੀਵਿਧੀ ਦੀ ਫਾਰਮ ਦੇ ਵਿੱਚ ਰਿਕਾਰਡ ਕੀਤੀ ਜਾਂਦੀ ਹੈ, ਜਿਸ ਨੂੰ ਆਪਾਂ ਇਲੈਕਟ੍ਰੀਕਲ ਪੋਟੈਂਸ਼ੀਅਲ ਵੀ ਕਹਿ ਸਕਦੇ ਹਾਂ। ਸੋ ਇਸ ਰਿਕਾਰਡਿੰਗ ਨੂੰ ਹੀ ECG ਕਿਹਾ ਜਾਂਦਾ ਹੈ। ਇਹਦੀ ਜਾਂਚ ਇਹ ਕਿਉਂ ਕੀਤੀ ਜਾਂਦੀ ਹੈ? ਤਾਂ ਕਿ ਜਿਹੜੇ ਦਿਲ ਦੀਆਂ ਬਿਮਾਰੀਆਂ ਹੁੰਦੀਆਂ ਨੇ ਉਹਨਾਂ ਦੀ ਮੁੱਢਲੀ ਜਾਂਚ ਦੇ ਵਿੱਚ ਇਹ ਬਹੁਤ ਹੀ ਆਪਾਂ ਕਹਿ ਸਕਦੇ ਇੱਕ ਪ੍ਰਭਾਵਸ਼ਾਲੀ ਟੈਸਟ ਹੈ, ਜਿਸ ਤੋਂ ਆਪਾਂ ਨੂੰ ਮੁੱਢਲੀ ਜਾਣਕਾਰੀ ਮਿਲ ਜਾਂਦੀ ਹੈ ਕਿ ਦਿਲ ਦੀ ਸਥਿਤੀ ਕੀ ਹੈ, ਤਾਂ ਕਿ ਆਪਾਂ ਅਗਲੇ ਟੈਸਟ ਵੱਲ ਵੱਧ ਸਕੀਏ। ਡਾਕਟਰ ਲਈ ਬਹੁਤ ਈਜ਼ੀ ਹੋ ਜਾਂਦਾ ਹੈ ECG ਕਰਵਾਉਣ ਤੋਂ ਬਾਅਦ, ਠੀਕ ਹੈ, ਕਿਉਂਕਿ ਇਹ ਇੱਕ ਮੁੱਢਲਾ ਟੈਸਟ ਹੈ। ਤਾਂ ਉਸ ਤੋਂ ਬਾਅਦ ਕਨਫਰਮੇਟਰੀ ਟੈਸਟ ਵੀ ਕਰਵਾਏ ਜਾਂਦੇ ਹਨ। ਸੋ ECG ਰਿਪਰੈਜ਼ੈਂਟ ਕੀ ਕਰਦੀ ਹੈ? ਸੀਰੀਜ਼ ਆਫ ਦਾ ਵੇਵਸ ਐਂਡ ਡਿਫਲੈਕਸ਼ਨਸ ਡੂਰਿੰਗ ਅ ਕੰਪਲੈਕਸ ਨਾਰਮਲ ਕਾਰਡਿਕ ਸਾਈਕਲ। ਜੋ ਕਾਰਡਿਕ ਸਾਈਕਲ ਹੁੰਦਾ ਉਸਦੇ 3 ਈਵੈਂਟ ਹੁੰਦੇ ਨੇ। ਪਹਿਲਾ ਈਵੈਂਟ ਹੁੰਦਾ ਐਟਰੀਅਲ ਸਿਸਟੋਲ, ਦੂਜਾ ਹੁੰਦਾ ਵੈਂਟਰੀਕੂਲਰ ਸਿਸਟੋਲ, ਤੀਸਰਾ ਹੁੰਦਾ ਹੈ ਜੁਆਇੰਟ ਡਾਇਆਸਟੋਲ। ਐਟਰੀਅਲ ਸਿਸਟੋਲ ਦੇ ਵਿੱਚ ਕੀ ਹੁੰਦਾ ਹੈ? ਜਿਹੜੇ ਐਟਰੀਆ ਹੁੰਦੇ ਨੇ, ਜਿਹਨੂੰ ਆਪਾਂ ਔਰੀਕਲਸ ਵੀ ਕਹਿੰਦੇ ਹਾਂ, ਅਪਰ ਚੈਂਬਰਸ ਨੂੰ, ਉਹ ਕੰਟਰੈਕਟ ਹੁੰਦੇ ਨੇ। ਇਸੇ ਤਰ੍ਹਾਂ ਵੈਂਟਰੀਕੂਲਰ ਸਿਸਟੋਲ ਦੇ ਵਿੱਚ ਜਿਹੜੇ ਲੋਅਰ ਚੈਂਬਰ ਹੁੰਦੇ ਨੇ, ਵੈਂਟਰੀਕਲਸ, ਉਹ ਕੰਟਰੈਕਟ ਹੁੰਦੇ ਨੇ। ਅਤੇ ਜਿਹੜਾ ਜੁਆਇੰਟ ਡਾਇਆਸਟੋਲ ਹੁੰਦਾ ਹੈ ਉਸ ਦੇ ਵਿੱਚ ਦਿਲ ਦੇ ਚਾਰੋਂ ਖਾਨੇ, ਚਾਰੋਂ ਚੈਂਬਰ ਰਿਲੈਕਸ ਸਟੇਟ ਦੇ ਵਿੱਚ ਹੁੰਦੇ ਨੇ। ਸੋ ਇਹਨਾਂ ਸਾਰਿਆਂ ਦੇ ਦੌਰਾਨ ਕੁਝ ਵੇਵਸ ਪੈਦਾ ਹੁੰਦੀਆਂ ਨੇ, ਕੁਝ ਪੋਟੈਂਸ਼ੀਅਲਸ ਹੁੰਦੇ ਨੇ, ਤਾਂ ਉਹਨਾਂ ਦੀ ਰਿਕਾਰਡਿੰਗ ਕੀਤੀ ਜਾਂਦੀ ਹੈ, ਤਾਂ ਕਿ ਇਸ ਤੋਂ ਪਤਾ ਲਗਾਇਆ ਕਿ ਹਾਰਟ ਜੋ ਹੈ ਉਹ ਨਾਰਮਲ ਫੰਕਸ਼ਨ ਕਰ ਰਿਹਾ ਹੈ ਜਾਂ ਨਹੀਂ ਕਰ ਰਿਹਾ ਹੈ। ਸੋ ਇਸ ਵੀਡੀਓ 'ਚ ਤੁਸੀਂ ਇਹ ਸਾਰਾ ਕੁਝ ਸਮਝ ਕੇ ਮੁੱਢਲੇ ਤੌਰ 'ਤੇ ਆਪ ਵੀ ਤੁਸੀਂ ਆਪਣੀ ECG ਦੀ ਰਿਪੋਰਟ ਨੂੰ ਚੈੱਕ ਕਰ ਸਕਦੇ ਹੋ, ਠੀਕ ਹੈ। ਫਿਰ ਹੀ ਫਾਇਦਾ ਹੁੰਦਾ ਹੈ ਮੈਡੀਕਲ ਪੜ੍ਹਨ ਦਾ, ਅਦਰਵਾਈਜ਼ ਕੋਈ ਬੈਨੀਫਿਟ ਨਹੀਂ ਹੈ ਮੈਡੀਕਲ ਨੂੰ ਪੜ੍ਹਨ ਦਾ ਅਗਰ ਤੁਸੀਂ ਆਪ ਮੈਡੀਕਲ ਦੇ ਸਾਰੇ ਟੈਸਟਾਂ ਨੂੰ ਨਹੀਂ ਦੇਖ ਸਕਦੇ। ਸੋ ਇਹ ਜਿਹੜੇ ਵੇਵਸ ਹੁੰਦੀਆਂ ਇਹ 'ਚ ਸਭ ਤੋਂ ਪਹਿਲਾਂ ਆਉਂਦੀ ਹੈ P ਵੇਵ, ਠੀਕ ਹੈ। ਦੈਨ ਆਉਂਦਾ QRS ਕੰਪਲੈਕਸ, ਫਿਰ ਆਉਂਦਾ T ਵੇਵ। ਦਾ ਵੇਵ ਜਿਹੜੀ P ਵੇਵ ਹੈ ਦੈਟ ਫੋਲੋ ਦਾ ਇਨੀਸ਼ੀਏਸ਼ਨ ਆਫ ਦਾ ਹਾਰਟ ਬੀਟ। ਮਤਲਬ P ਵੇਵ ਤੋਂ ਆਪਾਂ ਨੂੰ ਇਹ ਪਤਾ ਲੱਗਦਾ ਹੈ ਕਿ ਹਾਰਟ ਬੀਟ ਦੀ ਸ਼ੁਰੂਆਤ ਹੋਈ ਹੈ। ਓਕੇ ਜੀ। ਤਾਂ ਇਹ ਜਿਹੜੀ ਸ਼ੁਰੂਆਤ ਹੁੰਦੀ ਹੈ ਦਿਲ ਦੇ ਵਿੱਚ ਹਾਰਟ ਬੀਟ ਦੀ, ਉਹ ਕਰਦਾ ਹੈ ਪੇਸ ਮੇਕਰ, ਠੀਕ ਹੈ। ਪੇਸ ਮੇਕਰ ਜਿਹਨੂੰ ਆਪਾਂ SA ਨੋਡ ਕਹਿੰਦੇ ਹਾਂ, ਸਾਈਨੋ ਐਟਰੀਅਲ ਨੋਡ, SA ਨੋਡ ਨੂੰ ਪੇਸ ਮੇਕਰ ਕਿਹਾ ਜਾਂਦਾ ਹੈ। ਓਕੇ ਜੀ। ਪੇਸ ਮੇਕਰ ਤੋਂ ਭਾਵ ਕੀ ਹੈ? ਪੇਸ ਮਤਲਬ ਗਤੀ, ਮੇਕਰ ਮਤਲਬ ਜਨਰੇਟ ਕਰਨਾ, ਤਾਂ ਹਾਰਟ ਬੀਟ ਜਨਰੇਟ ਕਰਨ ਵਾਲਾ ਪੇਸ ਮੇਕਰ ਹੁੰਦਾ ਹੈ। ਸੋ ਤੁਹਾਡੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮ ਹੁੰਦੇ ਨੇ ਉਹ 'ਚ ਪੁੱਛਿਆ ਜਾਂਦਾ ਹੈ ਕਿ ਹਾਰਟ ਵਿੱਚ ਪੇਸ ਮੇਕਰ ਦਾ ਕੰਮ ਕੌਣ ਕਰਦਾ? ਤਾਂ ਆਨਸਰ ਆਏਗਾ SA ਨੋਡ। ਇਸੇ ਤਰ੍ਹਾਂ ਇੱਕ ਪੇਸ ਸੈਟਰ ਹੁੰਦਾ ਹੈ ਜੋ ਸੈੱਟ ਕਰਦਾ ਹੈ ਕਿ 1 ਮਿੰਟ 'ਚ ਕਿੰਨੀਆਂ ਬੀਟਸ ਹੋਣਗੀਆਂ, ਤਾਂ ਉਸ ਨੂੰ ਆਪਾਂ ਕਹਿੰਦੇ ਹਾਂ AV ਨੋਡ, ਠੀਕ ਹੈ, ਐਟਰੀਓ ਵੈਂਟਰੀਕੂਲਰ ਨੋਡ। ਸੋ ਇਹ ਤੁਸੀਂ ਬਹੁਤ ਚੰਗੀ ਤਰ੍ਹਾਂ ਸਮਝਣਾ ਹੈ ਅਤੇ ਯਾਦ ਰੱਖਣਾ ਹੈ। ਸੋ ਨੈਕਸਟ ਪੁਆਇੰਟ ਆਪਣਾ ਆਉਂਦਾ ਤਾਂ ਵੇਵ ਇਜ਼ ਪ੍ਰੋਡਿਊਸਡ ਬਾਏ ਦਾ ਮੂਵਮੈਂਟ ਆਫ ਵੇਵ ਆਫ ਇਲੈਕਟ੍ਰੀਕਲ ਐਕਟੀਵਿਟੀ ਥਰੂ ਦਾ ਐਟਰੀਆ। ਮਤਲਬ ਔਰੀਕਲ ਜਦੋਂ ਕੰਟਰੈਕਟ ਹੁੰਦੇ ਨੇ ਤਾਂ ਮਸਲਸ ਦੇ ਵਿੱਚ ਜੋ ਇਲੈਕਟ੍ਰੀਕਲ ਐਕਟੀਵਿਟੀ ਹੁੰਦੀ ਹੈ ਉਸ ਐਕਟੀਵਿਟੀ ਦੀ ਰਿਕਾਰਡਿੰਗ ਨੂੰ ਹੀ ਆਪਾਂ ਵੇਵ ਕਹਿੰਦੇ ਹਾਂ। ਓਕੇ। ਦਾ ਵਾਲਸ ਆਫ ਦਾ ਐਟਰੀਆ ਦੈਨ ਕੰਟਰੈਕਟ, ਮਤਲਬ ਜਿਹੜੇ ਔਰੀਕਲਸ ਹੁੰਦੇ ਨੇ ਆਪਾਂ ਐਟਰੀਆ ਵੀ ਬੋਲਦੇ ਹਾਂ, ਉਹਦੀ ਵਾਲ ਕੰਟਰੈਕਟ ਹੁੰਦੀ ਹੈ। ਇਲੈਕਟ੍ਰੀਕਲ ਐਕਟੀਵਿਟੀ ਆਲਵੇਜ਼ ਪ੍ਰਸੀਡਸ ਮਸਲ ਕੰਟਰੈਕਸ਼ਨ, ਮਤਲਬ ਇਲੈਕਟ੍ਰੀਕਲ ਐਕਟੀਵਿਟੀ ਹੋਣ ਦਾ ਭਾਵ ਕਿ ਮਸਲ ਜਿਹੜੀ ਹੈ ਉਹ ਕੰਟਰੈਕਟ ਕਰ ਰਹੀ ਹੈ। ਆਫਟਰ ਦਾ P ਵੇਵ ਦੇयर ਇਜ਼ ਅ ਪੌਜ਼ ਆਫ ਅਬਾਊਟ 80 ਮਿਲੀ ਸੈਕਿੰਡਸ। ਇੱਕ ਵਾਰ P ਵੇਵ ਕੰਪਲੀਟ ਹੋਣ ਤੋਂ ਬਾਅਦ 80 ਮਿਲੀ ਸੈਕਿੰਡ ਦਾ ਪੌਜ਼ ਹੁੰਦਾ ਹੈ, ਮਤਲਬ ਸਟਾਪੇਜ ਹੁੰਦੀ ਹੈ। ਐਟ ਦਿਸ ਟਾਈਮ ਦਾ AB ਨੋਡ, ਜਿਹਨੂੰ ਆਪਾਂ ਕਿਹਾ ਸੀ ਐਟਰੀਓ ਵੈਂਟਰੀਕੂਲਰ ਨੋਡ, ਠੀਕ ਹੈ, ਐਂਡ ਦਾ ਬੰਡਲ ਆਫ HIS, ਇਹ ਮਸਲਸ ਦਾ ਬੰਡਲ ਹੁੰਦਾ ਹੈ, ਤਾਂ ਇਸ ਨੂੰ ਆਪਾਂ ਬੰਡਲ ਆਫ ਹਿਸ ਦੇ ਨਾਮ 'ਤੇ ਜਾਣਦੇ ਹਾਂ। ਕੈਰੀ ਦਾ ਵੇਵ ਆਫ ਐਕਸਾਈਟੇਸ਼ਨ ਟੂ ਦਾ ਵੈਂਟਰੀਕਲ, ਮਤਲਬ ਜਿਹੜੇ AB ਨੋਡ ਹੈ ਅਤੇ ਬੰਡਲ ਆਫ HIS ਹੈ, ਇਹ ਦੋਨੇ ਮਿਲ ਕੇ
ਜਿਹੜੀ ਇਲੈਕਟ੍ਰੀਕਲ ਐਕਸਾਈਟੇਸ਼ਨ ਜਨਰੇਟ ਹੋਈ ਸੀ ਉਸ ਨੂੰ ਹੁਣ ਵੈਂਟਰੀਕਲ 'ਚ ਲੈ ਕੇ ਜਾਣਗੇ, ਜਿਹਦੀ ਸ਼ੁਰੂਆਤ ਹੋਈ ਸੀ ਔਰੀਕਲ ਦੇ ਵਿੱਚ। ਸੋ ਇਸ ਤੋਂ ਉਪਰੰਤ ਜਿਹੜੀ ਵੇਵ ਜਨਰੇਟ ਹੁੰਦੀ ਹੈ ਉਸ ਨੂੰ ਆਪਾਂ ਕਹਿੰਦੇ ਆ QRS ਵੇਵ। ਓਕੇ, ਹੁਣ ਇਸ ਦੀ ਰਿਕਾਰਡਿੰਗ ਹੁੰਦੀ ਹੈ। ਇਟ ਇਜ਼ ਪ੍ਰੋਡਿਊਸਡ ਬਾਈ ਦ ਇਲੈਕਟ੍ਰੀਕਲ ਐਕਟੀਵਿਟੀ ਆਫ ਦ ਮਸਲਸ ਆਫ ਦ ਵਾਲ ਆਫ ਵੈਂਟਰੀਕਲਸ। ਹੁਣ ਵੈਂਟਰੀਕਲਸ ਦੀਆਂ ਜਿਹੜੀ ਮਸਲਸ ਹੋਣਗੀਆਂ ਉਹ ਜਦੋਂ ਐਕਟਿਵ ਹੋਣਗੀਆਂ ਤਾਂ ਉਹਨਾਂ ਦੀ ਰਿਕਾਰਡਿੰਗ ਨੂੰ QRS ਕੰਪਲੈਕਸ ਕਿਹਾ ਜਾਂਦਾ ਹੈ। ਸੋ QRS ਕੰਪਲੈਕਸ ਦੀ ਸਥਿਤੀ ਤੋਂ ਆਪਾਂ ਨੂੰ ਵੈਂਟਰੀਕਲ ਦੀ ਸਥਿਤੀ ਦਾ ਪਤਾ ਲੱਗਦਾ ਹੈ। ਓਕੇ, ਐਂਡ ਦਾ ਇੰਟਰਾ ਵੈਂਟਰੀਕੂਲਰ ਸੈਪਟਮ, ਦੋ ਵੈਂਟਰੀਕਲ ਦੇ ਵਿਚਾਲੇ ਇੱਕ ਡਿਵਾਈਡਿੰਗ ਲਾਈਨ ਹੁੰਦੀ ਹੈ, ਉਸ ਨੂੰ ਇੰਟਰਾ ਵੈਂਟਰੀਕੂਲਰ ਸੈਪਟਮ ਕਿਹਾ ਜਾਂਦਾ ਹੈ। ਇਲੈਕਟ੍ਰੀਕਲ ਐਕਟੀਵਿਟੀ ਲੀਡਸ ਟੂ ਕੰਟਰੈਕਸ਼ਨ ਆਫ ਟੂ ਵੈਂਟਰੀਕਲਸ। ਓਕੇ, ਤਾਂ ਇੱਥੇ ਦੋਨੇ ਵੈਂਟਰੀਕਲ ਕੰਟਰੈਕਟ ਹੁੰਦੇ ਨੇ। ਦ ਟੀ ਵੇਵ ਫੋਲੋਜ਼, ਇਸ ਤੋਂ ਬਾਅਦ ਬਣੇਗੀ ਟੀ ਵੇਵ ਆਫਟਰ ਡਿਸਚਾਰਜ ਆਫ ਦਾ ਬਲੱਡ ਫਰੋਮ ਵੈਂਟਰੀਕਲ। ਜਦੋਂ ਵੈਂਟਰੀਕਲ ਦੇ ਵਿੱਚੋਂ ਬਲੱਡ ਨਿਕਲ ਜਾਂਦਾ ਹੈ ਦੋਨੇ ਵੈਂਟਰੀਕਲ ਦੇ ਵਿੱਚੋਂ, ਤਾਂ ਉਸ ਤੋਂ ਉਪਰੰਤ ਜਿਹੜੀ ਵੇਵ ਬਣਦੀ ਹੈ ਉਸ ਨੂੰ ਕਿਹਾ ਜਾਂਦਾ ਟੀ ਵੇਵ। ਓਕੇ, ਸੋ ਨੈਕਸਟ ਇਮੇਜ ਦੇ ਵਿੱਚ ਤੁਸੀਂ ਬਹੁਤ ਧਿਆਨ ਨਾਲ ਦੇਖਣਾ ਹੈ ਇਹ ਵੇਵ ਕਿਸ ਤਰ੍ਹਾਂ ਦਿਖਦੀਆਂ ਨੇ। ਤਾਂ ਇਹੀ ਵੇਵ ਤੁਹਾਡੀ ECG ਦੀ ਰਿਕਾਰਡਿੰਗ ਵਿੱਚ ਹੁੰਦੀਆਂ ਨੇ। ਸੋ ਇੱਥੇ ਦੇਖ ਲਓ ਤੁਸੀਂ P ਵੇਵ, ਦੈਨ QRS ਕੰਪਲੈਕਸ, ਦੈਨ T ਵੇਵ। P ਵੇਵ ਤੋਂ ਪਤਾ ਲੱਗ ਰਿਹਾ ਹੈ ਐਟਰੀਅਲ ਡੀਪੋਲਰਾਈਜੇਸ਼ਨ ਜਦੋਂ ਔਰੀਕਲ ਕੰਟਰੈਕਟ ਹੁੰਦੇ ਨੇ। QRS ਦੱਸ ਰਿਹਾ ਹੈ ਵੈਂਟਰੀਕੂਲਰ ਡੀਪੋਲਰਾਈਜੇਸ਼ਨ ਜਦੋਂ ਵੈਂਟਰੀਕਲ ਕੰਟਰੈਕਟ ਹੁੰਦੇ ਨੇ। T ਵੇਵ ਤੋਂ ਪਤਾ ਲੱਗਦਾ ਵੈਂਟਰੀਕੂਲਰ ਰੀਪੋਲਰਾਈਜੇਸ਼ਨ ਜਦੋਂ ਜਿਹੜੀਆਂ ਮੈਂਬਰੇਨਸ ਹੁੰਦੀਆਂ ਨੇ ਉਹਦੇ ਅੰਦਰ ਅਤੇ ਬਾਹਰ ਚਾਰਜ ਨੂੰ ਦੁਬਾਰਾ ਤੋਂ ਰੀਸਟੋਰ ਕਰਨਾ ਹੁੰਦਾ ਹੈ, ਉਸ ਨੂੰ ਰੀਪੋਲਰਾਈਜੇਸ਼ਨ ਕਿਹਾ ਜਾਂਦਾ ਹੈ। ਸੋ ਹੁਣ ਤੁਸੀਂ ਇਮੇਜ ਦੇ ਵਿੱਚ ਦੇਖ ਲਿਆ ਕਿ ਕਿਸ ਤਰ੍ਹਾਂ ਇਹ ਵੇਵ ਦਿਖਦੀਆਂ ਨੇ। ਤਾਂ ਹੁਣ ਥੋੜ੍ਹਾ ਜਿਹਾ ਬੇਸਿਕ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਕਿ ਕੀ ਪਤਾ ਲੱਗਦਾ ਇਸ ਤੋਂ। P ਵੇਵ ਦੱਸ ਰਹੀ ਹੈ ਆਪਾਂ ਨੂੰ ਡੀਪੋਲਰਾਈਜੇਸ਼ਨ ਆਫ ਦਾ ਰਾਈਟ ਐਂਡ ਲੈਫਟ ਔਰੀਕਲਸ, ਠੀਕ ਹੈ, ਜਿਹਨੂੰ ਆਪਾਂ ਅਪਰ ਚੈਂਬਰ ਕਹਿੰਦੇ ਹਾਂ। QRS ਕੰਪਲੈਕਸ ਤੋਂ ਪਤਾ ਲੱਗਦਾ ਰਾਈਟ ਐਂਡ ਲੈਫਟ ਵੈਂਟਰੀਕਲਰ ਡੀਪੋਲਰਾਈਜੇਸ਼ਨ, ਠੀਕ ਹੈ, ਤਾਂ ਇਹਦੇ 'ਚ ਵੈਂਟਰੀਕਲ ਜਿਹੜੇ ਨੀਚੇ ਵਾਲੇ ਚੈਂਬਰ ਹੁੰਦੇ ਦੋਨੇ ਉਹ ਕੰਟਰੈਕਟ ਹੁੰਦੇ ਨੇ। ST ਵੇਵ ਤੋਂ ਪਤਾ ਲੱਗਦਾ ਵੈਂਟਰੀਕੂਲਰ ਰੀਪੋਲਰਾਈਜੇਸ਼ਨ ਜਦੋਂ ਵੈਂਟਰੀਕਲ ਆਪਦੀ ਨੋਰਮਲ ਸਥਿਤੀ 'ਚ ਵਾਪਸ ਆਉਂਦੇ ਨੇ। ਫਿਰ ਹੈ U ਵੇਵ, ਇਲੈਕਟ੍ਰੀਕਲ ਮਕੈਨੀਕਲ ਇਵੈਂਟ ਹੁੰਦਾ ਹੈ ਐਟ ਦਾ ਬਿਗਨਿੰਗ ਆਫ ਡਾਇਆਸਟੋਲ। ਡਾਇਆਸਟੋਲ ਮਤਲਬ ਜਦੋਂ ਚਾਰੇ ਚੈਂਬਰ ਰਿਲੈਕਸ ਹੁੰਦੇ ਨੇ ਉਸ ਨੂੰ ਆਪਾਂ ਡਾਇਆਸਟੋਲ ਕਹਿੰਦੇ ਹਾਂ। ਤਾਂ ਉਸ ਤੋਂ ਜਸਟ ਪਹਿਲਾਂ ਹੁੰਦਾ U ਵੇਵ। ਓਕੇ, ਫਿਰ ਆਉਂਦਾ PR ਇੰਟਰਵਲ। ਸੋ ਇਹ ਕੀ ਹੈ? ਇਟ ਇਜ਼ ਅ ਟਾਈਮ ਇੰਟਰਵਲ ਫਰੋਮ ਔਨਸੈਟ ਆਫ ਐਟਰੀਅਲ ਡੀਪੋਲਰਾਈਜੇਸ਼ਨ ਦੈਟ ਇਜ਼ P ਵੇਵ to the onset of ventricular muscle depolarization that is QRS complex। ਮਤਲਬ P ਦੀ ਸ਼ੁਰੂਆਤ ਤੋਂ ਲੈ ਕੇ P ਦੇ ਐਂਡ ਤੱਕ, ਉਸ ਤੋਂ ਬਾਅਦ QRS ਦੀ ਸ਼ੁਰੂਆਤ ਤੱਕ ਜੋ ਵਿਚਾਲੇ ਦਾ ਟਾਈਮ ਪੀਰੀਅਡ ਹੈ, ਮਤਲਬ P ਵੇਵ ਜਿੱਥੇ ਐਂਡ ਹੋਵੇਗੀ QRS ਸਟਾਰਟ ਹੋਵੇਗਾ, ਉਸ ਦੇ ਵਿਚਾਲੇ ਦੇ ਟਾਈਮ ਪੀਰੀਅਡ ਨੂੰ PR ਇੰਟਰਵਲ ਕਿਹਾ ਜਾਂਦਾ ਹੈ। ਫਿਰ ਆਉਂਦਾ QRS ਡਿਊਰੇਸ਼ਨ, ਡਿਊਰੇਸ਼ਨ ਆਫ ਦਾ ਵੈਂਟਰੀਕੂਲਰ ਮਸਲ ਡੀਪੋਲਰਾਈਜੇਸ਼ਨ, ਕਿ ਮਸਲਸ ਜਿਹੜੀਆਂ ਵੈਂਟਰੀਕਲ ਦੀਆਂ ਨੇ ਉਹ ਕਿੰਨੀ ਦੇਰ ਕੰਟਰੈਕਟ ਰਹਿੰਦੀਆਂ ਨੇ, ਤਾਂ ਉਸ ਨੂੰ ਬੋਲਿਆ ਜਾਂਦਾ QRS ਕੰਪਲੈਕਸ ਦੀ ਡਿਊਰੇਸ਼ਨ ਯਾਨੀ ਕਿ ਵਿਡਥ। ਫਿਰ ਆ QT ਇੰਟਰਵਲ। ਸੋ QT ਇੰਟਰਵਲ ਤੋਂ ਆਪਾਂ ਨੂੰ ਪਤਾ ਲੱਗਦਾ ਡਿਊਰੇਸ਼ਨ ਆਫ ਦਾ ਵੈਂਟਰੀਕੂਲਰ ਡੀਪੋਲਰਾਈਜੇਸ਼ਨ ਐਂਡ ਰੀਪੋਲਰਾਈਜੇਸ਼ਨ, ਠੀਕ ਹੈ ਜੀ, ਕਿੰਨਾ ਟਾਈਮ ਉਹ ਡੀਪੋਲਰਾਈਜ਼ ਰਿਹਾ, ਕਿੰਨੇ ਟਾਈਮ 'ਚ ਰੀਪੋਲਰਾਈਜ਼ ਹੋਇਆ ਵੈਂਟਰੀਕਲ ਯਾਨੀ ਕਿ ਲੋਅਰ ਚੈਂਬਰ, ਤਾਂ ਉਸ ਨੂੰ ਕਹਿੰਦਾ QT ਇੰਟਰਵਲ। ਫਿਰ ਹੈ PP ਇੰਟਰਵਲ, ਰੇਟ ਆਫ ਐਟਰੀਅਲ ਔਰ ਸਾਈਨਸ ਸਾਈਕਲ। ਇਸੇ ਤਰ੍ਹਾਂ RR ਇੰਟਰਵਲ ਹੁੰਦਾ ਹੈ ਰੇਟ ਆਫ ਵੈਂਟਰੀਕੂਲਰ ਸਾਈਕਲ। ਸੋ ਇਹਨਾਂ ਸਾਰਿਆਂ ਹੀ ਅਲੱਗ-ਅਲੱਗ ਕੰਪਲੈਕਸਸ ਤੋਂ, ਅਲੱਗ-ਅਲੱਗ ਵੇਵਸ ਤੋਂ ਦਿਲ ਦੀਆਂ ਅਲੱਗ-ਅਲੱਗ ਬਿਮਾਰੀਆਂ ਬਾਰੇ ਆਪਾਂ ਨੂੰ ਮੁੱਢਲੀ ਜਾਣਕਾਰੀ ਮਿਲਦੀ ਹੈ ਕਿ ਇਸ ਪੇਸ਼ੈਂਟ ਨੂੰ ਦਿਲ ਦੀ ਇਹ ਬਿਮਾਰੀ ਹੋਣ ਦੀ ਸੰਭਾਵਨਾ ਹੈ। ਤਾਂ ECG ਤੋਂ ਸਿਰਫ ਸੰਭਾਵਨਾ ਦਾ ਪਤਾ ਲੱਗਦਾ ਹੈ, ਉਸ ਤੋਂ ਬਾਅਦ ਕਨਫਰਮੇਟਰੀ ਟੈਸਟ ਜਿਹੜੇ ਹੈਗੇ ਨੇ ਉਹ ਦੁਬਾਰਾ ਕੀਤੇ ਜਾਂਦੇ ਨੇ, ਜੋ ਕਿ ਐਡਵਾਂਸ ਲੈਵਲ ਦੇ ਡਾਇਗਨੋਸਟਿਕ ਟੈਸਟ ਹੁੰਦੇ ਨੇ। ਨੈਕਸਟ ਆਪਣਾ ਆਉਂਦਾ ਹੈ ਯੂਜ਼ਸ, ਕਿ ECG ਦੇ ਯੂਜ਼ਸ ਕੀ ਨੇ। ਇਨ ਡਿਸਆਰਡਰ ਆਫ ਕਾਰਡੀਅਕ ਰਿਦਮ ਦਾ ਰਿਲੇਸ਼ਨਸ਼ਿਪ ਆਫ P ਵੇਵ ਟੂ QRS ਕੰਪਲੈਕਸ ਇਜ਼ ਅਲਟਰਡ। ਮਤਲਬ ਜਦੋਂ ਕਿਸੇ ਦੇ ਕਾਰਡਿਕ ਰਿਦਮ ਦੀ ਪ੍ਰੋਬਲਮ ਹੁੰਦੀ ਹੈ, ਮਤਲਬ ਜਦੋਂ ਹਾਰਟ ਬੀਟ ਜਿਹੜੀ ਹੈਗੀ ਨੋਰਮਲ ਨਹੀਂ ਰਹਿੰਦੀ, ਤਾਂ ਉਸ ਨੂੰ ਆਪਾਂ ਕਹਿ ਸਕਦੇ ਹਾਂ ਵੀ ਕਾਰਡਿਕ ਰਿਦਮ ਜਿਹੜਾ ਹੈਗਾ ਉਸ ਪੇਸ਼ੈਂਟ ਦਾ ਆਲਟਰ ਹੋ ਚੁੱਕਿਆ ਹੈ। ਸੋ P ਵੇਵ ਅਤੇ QRS ਕੰਪਲੈਕਸ ਨੂੰ ਦੇਖ ਕੇ ਆਪਾਂ ਨੂੰ ਇਹ ਮਤਲਬ ਡਾਕਟਰ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਹਾਰਟ ਦਾ ਜਿਹੜਾ ਰਿਦਮ ਹੈ ਉਹ ਪ੍ਰੋਪਰ ਕੰਮ ਨਹੀਂ ਕਰ ਰਿਹਾ, ਠੀਕ ਹੈ, ਕੰਡਕਸ਼ਨ ਸਿਸਟਮ ਦੇ ਵਿੱਚ ਕਿਤੇ ਨਾ ਕਿਤੇ ਪ੍ਰੋਬਲਮ ਹੋ ਸਕਦੀ ਹੈ। ਸੋ ਨੈਕਸਟ ਪਤਾ ਲੱਗਦਾ ਕੰਡਕਸ਼ਨ ਡਿਫੈਕਟ ਵਿਚ ਅਰਾਈਜ਼ ਫਰੋਮ ਦਾ ਡੈਮੇਜ ਟੂ AV ਨੋਡ ਔਰ ਬੰਡਲ ਆਫ HIS। ਸੋ ECG ਤੋਂ ਇਹ ਵੀ ਪਤਾ ਲੱਗਦਾ ਹੈ ਕਿ ਜਿਹੜੀ ਹਾਰਟ ਬੀਟ ਜਨਰੇਟ ਕੀਤੀ ਸੀ SA ਨੋਡ ਨੇ, ਉਹ ਐਕਟੀਵਿਟੀ ਅੱਗੇ ਪਾਸ ਔਨ ਨਹੀਂ ਹੋਈ,
ਕਿਉਂਕਿ AV ਜਾਂ ਬੰਡਲ ਆਫ HIS ਦੇ ਵਿੱਚ ਕਿਤੇ ਨਾ ਕਿਤੇ ਬਲੋਕੇਜ ਹੋ ਸਕਦੀ ਹੈ। ਨੈਕਸਟ ਹੈ ਦ ECG ਗਿਵ ਇਨਫੋਰਮੇਸ਼ਨ ਅਬਾਊਟ ਦ ਐਕਸਟੈਂਟ ਆਫ ਡੈਮੇਜ ਟੂ ਹਾਰਟ ਮਸਲਸ ਫੋਲੋਇੰਗ ਐਨ ਅਟੈਕ ਆਫ ਕੋਰੋਨਰੀ ਥਰੰਬੋਸਿਸ। ਜਿਸ ਪੇਸ਼ੈਂਟ ਨੂੰ ਕੋਰੋਨਰੀ ਥਰੰਬੋਸਿਸ ਯਾਨੀ ਕਿ ਕੋਰੋਨਰੀ ਆਰਟਰੀ ਦੇ ਵਿੱਚ ਕਲੌਟ ਬਣ ਜਾਣਾ, ਉਸ ਨੂੰ ਕੋਰੋਨਰੀ ਥਰੰਬੋਸਿਸ ਕਿਹਾ ਜਾਂਦਾ ਹੈ। ਤਾਂ ਜਦੋਂ ਪੇਸ਼ੈਂਟ ਨੂੰ ਇਸ ਤਰ੍ਹਾਂ ਦਾ ਕੋਈ ਅਟੈਕ ਹੁੰਦਾ ਹੈ ਤਾਂ ਅਟੈਕ ਤੋਂ ਬਾਅਦ ਕਿੰਨੀਆਂ ਮਸਲ ਉਹਦੀਆਂ ਡੈਮੇਜ ਹੋ ਚੁੱਕੀਆਂ ਨੇ, ਕਿੰਨੀ ਗੰਭੀਰ ਸਥਿਤੀ ਹੋ ਚੁੱਕੀ ਹੈ ਹਾਰਟ ਦੀ, ਤਾਂ ਉਹ ਆਪਾਂ ਨੂੰ ECG ਦੁਆਰਾ ਪਤਾ ਲੱਗਦਾ ਹੈ। ਇਸ ਤੋਂ ਬਾਅਦ ਆਪਣਾ ਆਉਂਦਾ ਹੈ EMG। ਸੋ ਇਟ ਸਟੈਂਡ ਫॉर ਇਲੈਕਟ੍ਰੋਮਾਇਓਗ੍ਰਾਫੀ। ਮਾਇਓ ਤੋਂ ਭਾਵ ਹੁੰਦਾ ਹੈ ਮਸਲਸ, ਪੰਜਾਬੀ 'ਚ ਕਹਾਂਗੇ ਮਾਸਪੇਸ਼ੀਆਂ, ਠੀਕ ਹੈ। ਤਾਂ ਮਾਸਪੇਸ਼ੀਆਂ ਦੇ ਬਾਰੇ ਤੁਹਾਡੀ ਮਸਲਸ ਦੀ ਟੋਨ ਕੀ ਹੈ, ਤੁਹਾਡੀ ਮਸਲ ਕਿਤੇ ਏਟ੍ਰੋਫੀ ਤਾਂ ਨਹੀਂ ਹੋ ਚੁੱਕੀਆਂ ਜਾਂ ਫਿਰ ਡਿਸਟ੍ਰੋਫੀ ਤਾਂ ਨਹੀਂ ਹੋ ਚੁੱਕੀ। ਤਾਂ ਮਸਲ ਸੈੱਲ ਜਦੋਂ ਡੈੱਡ ਹੁੰਦੇ ਰਹਿੰਦੇ ਨੇ ਤਾਂ ਉਹਨੂੰ ਡਿਸਟ੍ਰੋਫੀ ਕਿਹਾ ਜਾਂਦਾ ਹੈ, ਜਦੋਂ ਕੰਪਲੀਟ ਖਤਮ ਹੋ ਜਾਂਦਾ ਉਸ ਨੂੰ ਏਟ੍ਰੋਫੀ ਕਿਹਾ ਜਾਂਦਾ ਹੈ। ਸੋ ਜਾਂ ਬਹੁਤ ਜ਼ਿਆਦਾ ਗਰੋ ਕਰ ਜਾਏ ਤਾਂ ਉਸ ਨੂੰ ਹਾਈਪਰਟ੍ਰੋਫੀ ਕਿਹਾ ਜਾਂਦਾ ਹੈ। ਸੋ ਇਸ ਤਰ੍ਹਾਂ ਦੀ ਸਥਿਤੀ ਬਾਰੇ ਜਾਣਨ ਦੇ ਲਈ ਇਲੈਕਟ੍ਰੋਮਾਇਓਗ੍ਰਾਫੀ ਕੀਤੀ ਜਾਂਦੀ ਹੈ। ਸੋ ਨੈਕਸਟ ਪੁਆਇੰਟ ਹੈ ਇਟ ਇਜ਼ ਦ ਪ੍ਰੋਸੈਸ ਆਫ ਰਿਕਾਰਡਿੰਗ ਆਫ ਇਲੈਕਟ੍ਰੀਕਲ ਐਕਟੀਵਿਟੀ ਆਫ ਵੇਰੀਅਸ ਸਕੈਲਟਲ ਮਸਲਸ ਯੂਜ਼ਿੰਗ ਇਲੈਕਟ੍ਰੋਗ੍ਰਾਮ। ਜਿਸ ਤਰ੍ਹਾਂ ਆਪਾਂ ਹਾਰਟ ਦੀ ਐਕਟੀਵਿਟੀ ਨੂੰ ਰਿਕਾਰਡ ਕੀਤਾ ਤਾਂ ਉਸਨੂੰ ECG ਕਿਹਾ, ਇਸੇ ਤਰ੍ਹਾਂ ਬਾਕੀ ਬੋਡੀ ਦੀਆਂ ਜਿਹੜੀਆਂ ਸਕੈਲਟਲ ਮਸਲਸ ਨੇ, ਜਿਹੜੀ ਵੀ ਮਸਲ ਹੱਡੀ ਨਾਲ ਜੁੜੀ ਹੁੰਦੀ ਹੈ ਉਸਨੂੰ ਸਕੈਲਟਲ ਮਸਲ ਕਿਹਾ ਜਾਂਦਾ ਹੈ। ਸੋ ਸਕੈਲਟਲ ਮਸਲ ਦੀ ਐਕਟੀਵਿਟੀ ਨੂੰ ਰਿਕਾਰਡ ਕਰਨ ਨੂੰ EMG ਕਿਹਾ ਜਾਂਦਾ ਹੈ। ਇਟ ਇਜ਼ ਯੂਜ਼ਡ ਟੂ ਡਾਇਗਨੋਸ ਵੇਰੀਅਸ ਡਿਸਆਰਡਰਸ ਆਫ ਨਰਵ ਐਂਡ ਮਸਲਸ। ਤਾਂ ਨਰਵ ਅਤੇ ਮਸਲ ਯਾਨੀ ਕਿ ਨਾੜੀ ਤੰਤਰ ਅਤੇ ਮਾਸਪੇਸ਼ੀਆਂ ਦੇ ਨਾਲ ਜੁੜੀਆਂ ਹੋਈਆਂ ਬਿਮਾਰੀਆਂ ਦੇ ਜਾਂਚ ਲਈ, ਡਾਇਗਨੋਸਿਸ ਦੇ ਲਈ ਇਹ ਟੈਸਟ ਕੀਤਾ ਜਾਂਦਾ ਹੈ। ਸੈਲਸ ਸੱਚ ਐਸ ਸਪਾਈਨਲ ਨਰਵ ਕੰਪਰੈਸ਼ਨ, ਠੀਕ ਹੈ। ਸਪਾਈਨਲ ਆਪਣੀ ਰੀੜ੍ਹ ਦੀ ਹੱਡੀ ਜੋ ਹੁੰਦੀ ਹੈ ਉਸਨੂੰ ਆਪਾਂ ਵਰਟੀਬਰਲ ਕਾਲਮ ਕਹਿੰਦੇ ਆ, ਤਾਂ ਉਸ ਦੇ ਅੰਦਰ ਸਪਾਈਨਲ ਕਾਰਡ ਹੁੰਦਾ ਹੈ, ਠੀਕ ਹੈ। ਤਾਂ ਉਸ ਦੇ ਵਿੱਚ ਕੋਈ ਦਬਾਅ ਹੋ ਜਾਣਾ ਉਸਨੂੰ ਸਪਾਈਨਲ ਨਰਵ ਕੰਪਰੈਸ਼ਨ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਕਾਰਪਲ ਟਨਲ ਸਿੰਡਰੋਮ, ਇਹ ਸਕੈਲਟਲ ਸਿਸਟਮ ਦੀ ਇੱਕ ਬਿਮਾਰੀ ਹੁੰਦੀ ਹੈ। ਦੈਨ ਆਉਂਦਾ ਹੈ ਮੋਨੀਟਰਿੰਗ ਆਫ ਨਰਵਸ ਸਟੇਟਸ ਆਫ ਦਾ ਪੇਸ਼ੈਂਟ ਅੰਡਰ ਐਨਾਸਥੀਸੀਆ। ਜਿਸ ਪਰਸਨ ਨੂੰ, ਜਿਸ ਵਿਅਕਤੀ ਨੂੰ ਸਰਜਰੀ ਦੇ ਲਈ ਸੁੰਨ ਕੀਤਾ ਹੁੰਦਾ ਹੈ ਉਸਨੂੰ ਆਪਾਂ ਐਨਾਸਥੀਸੀਆ ਦੇ ਅੰਡਰ ਕਹਿ ਸਕਦੇ ਹਾਂ ਪੇਸ਼ੈਂਟ ਨੂੰ, ਤਾਂ ਉਸ ਦਾ ਨਰਵਸ ਸਟੇਟਸ ਕੀ ਹੈ, ਉਸਦਾ ਨਾੜੀ ਤੰਤਰ ਕਿਸ ਸਥਿਤੀ ਵਿੱਚ ਹੈ। ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਾਣਨ ਦੇ ਲਈ EMG ਬਹੁਤ ਹੀ ਮਹੱਤਵਪੂਰਨ ਟੈਸਟ ਹੁੰਦਾ ਹੈ। ਇਟ ਇਜ਼ ਯੂਜ਼ਡ ਫॉर ਦ ਡਾਇਗਨੋਸਟਿਕ ਐਂਡ ਮੋਨੀਟਰਿੰਗ ਪਰਪਸ ਆਫ ਮਸਕਿਊਲਰ ਐਂਡ ਨਰਵਸ ਸਿਸਟਮ। ਤਾਂ ਕਿਸੇ ਵੀ ਪਰਸਨ ਦਾ, ਕਿਸੇ ਵਿਅਕਤੀ ਦਾ, ਕਿਸੇ ਪੇਸ਼ੈਂਟ ਦਾ ਮਾਸਪੇਸ਼ੀ ਵਾਲਾ ਜੋ ਸਿਸਟਮ ਹੁੰਦਾ ਹੈ, ਜੋ ਪ੍ਰਣਾਲੀ ਹੁੰਦੀ ਹੈ, ਇਸੇ ਤਰ੍ਹਾਂ ਜੋ ਨਰਵਸ ਸਿਸਟਮ ਦੀ ਪ੍ਰਣਾਲੀ ਹੁੰਦੀ ਹੈ, ਉਸ ਦੀ ਸਥਿਤੀ ਨੂੰ ਜਾਣਨ ਦੇ ਲਈ EMG ਟੈਸਟ ਕੀਤਾ ਜਾਂਦਾ ਹੈ। ਸੋ ਦਿਸ ਵਾਜ਼ ਆਲ ਅਬਾਊਟ ECG ਐਂਡ EMG। ਅਤੇ ਉਮੀਦ ਕਰਦਾ ਪੰਜਾਬੀ ਵਿੱਚ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਸਮਝ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦਾ ਸੁਝਾਅ ਤੁਸੀਂ ਕਮੈਂਟ ਬਾਕਸ ਵਿੱਚ ਦੇ ਸਕਦੇ ਹੋ। ਥੈਂਕ ਯੂ, ਥੈਂਕਸ ਫॉर ਵਾਚਿੰਗ।